ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਖ ਸੁਖ ਕੋ ਨਾ ਦੇਤ ਕਿਹ ਤਾਈ, ਕਰਮ ਕਰਹਿ ਜਸ ਤਸ ਫਲ ਪਾਈ। ਦੁਖ ਸੁਖ ਕੋ ਨਾ ਦੇਤ ਕਿਹ ਤਾਈ, ਕਰਮ ਕਰਹਿ ਜਸ ਤਸ ਫਲ ਪਾਈ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੈਤੀ ਬੰਦਤਾ ਕੋ ਦੇਤ ਜਨ, ਪ੍ਰੀਤ ਲੈਤ ਦੇਤੈ ਪ੍ਰਤੀਤ ਸੁਖ ਸੇਤ ਹੈ। ਭਾਉ ਔਰ ਲੈਤੀ ਵੱਡੋ ਪਰ ਪਾਉ ਦੇਤ ਆਪ, ਨਿਰਗੁਣ ਪਦ ਦੇਤ ਗੁਣ ਦੇਖ ਲੈਤ ਹੈ। ਥੋੜੀ ਜਿਹੀ ਭੇਟ ਲੈਤ ਜਮ ਕੀ ਭੇਟ ਦੇਤ, ਸਤਿਗੁਰ ਨਾਨਕ ਜੀ ਕਰ ਨਾਨਕੇਤ ਹੈ। ਹੰਤਾ ਲੇਤ ਦਾਸਨ ਕੀ ਅੰਗ ਬ੍ਰਹਮ ਦੇਤ ਔਰ, ਮਨ ਲੈਤ ਚਰਨ ਮੈਂ ਮੁਕਤ ਕੋ ਦੇਤ ਹੈ। ਏਕ ਓੰਕਾਰਾ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਟਾਈਮ 'ਤੇ ਗੁਰੂ ਬਾਬਾ ਜੀ ਨੇ ਭਾਈ ਬਾਲਾ ਔਰ ਮਰਦਾਨਾ ਜੀ ਦੇ ਸਮੇਤ ਭਗਤ ਪ੍ਰਹਿਲਾਦ ਦੀ ਪੂਰੀ ਚੌਕੇ ਨੂੰ ਡੇਰਾ ਕੂਚ ਕੀਤਾ। ਥੋੜ੍ਹੀ ਦੂਰ ਜਦੋਂ ਪਹੁੰਚੇ ਮਹਾਰਾਜ, ਭਾਈ ਮਰਦਾਨੇ ਨੇ ਦੇਖਿਆ ਵੀ ਇੱਥੇ ਉਹ ਚਾਰੇ ਪਾਸੇ ਰੋਸ਼ਨੀ ਹੀ ਰੋਸ਼ਨੀ, ਇਹ ਵੀ ਬੜੀ ਸ਼ਾਂਤੀ ਔਰ ਚੈਨ ਨੂੰ ਦੇਣ ਵਾਲੀ ਹੈ। ਬੇਨਤੀ ਕੀਤੀ, ਮਹਾਰਾਜ ਇਹੋ ਜਿਹਾ ਚਾਨਣਾ, ਇਹੋ ਜਿਹਾ ਪ੍ਰਕਾਸ਼ ਪਤਾ ਨਹੀਂ ਕਿੱਥੋਂ ਇਹ ਸਾਹਮਣੇ ਨਜ਼ਰ ਆਉਣ ਲੱਗ ਪਿਆ। ਗੁਰੂ ਬਾਬਾ ਜੀ ਨੇ ਸਮਝਾਇਆ ਉਸ ਸਮੇਂ ਮਰਦਾਨੇ ਨੂੰ ਵੀ ਇਸ ਥਾਂ 'ਤੇ ਤਰੋ ਭਗਤ ਜੀ ਆਪਣੀ ਪੁਰੀ ਦੇ ਵਿੱਚ ਰਹਿੰਦੇ ਹਨ, ਜਿਹਨੇ 5 ਸਾਲ ਦੀ ਉਮਰ ਦੇ ਵਿੱਚ ਇਹੋ ਜਿਹੀ ਖੁਦਾ ਦੀ ਇਬਾਦਤ ਕਰਦਿਆਂ ਅਟਲ ਪਦਵੀ ਹਾਸਲ ਕੀਤੀ ਸੀ। ਸੁਣ ਕਰਕੇ ਭਾਈ ਮਰਦਾਨਾ ਜੀ ਨੇ ਹੱਥ ਜੋੜ ਲਏ ਸੱਚੇ ਪਾਤਸ਼ਾਹ ਵੀ, ਜਿਵੇਂ ਪਹਿਲਾਂ ਆਪ ਜੀ ਨੇ ਰਾਮ ਜਪੋ ਜੀ ਐਸੇ ਐਸੇ ਤਰੋ ਪ੍ਰਹਿਲਾਦ, ਜਪਿਓ ਹਰ ਜੈਸੇ ਦੀਨ ਦਿਆਲ, ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ, ਜਾ ਤਿਸ ਭਾਵੈ ਤਾ ਹੁਕਮ ਨਾਵੈ। ਇਸ ਵੇੜੇ ਕੋ ਪਾਰ ਲੰਘਾਵੈ,
ਸਤਿਗੁਰੂ ਜੀ ਨੇ ਵੀ ਇੱਕ ਕਲਯੁਗੀ ਜੀਵਾਂ ਨੂੰ ਸਮਝਾਉਣ ਦੇ ਲਈ ਇਸ ਸ਼ਬਦ ਦੇ ਵਿੱਚ ਦੋ ਭਗਤਾਂ ਦਾ ਜਿਹੜਾ ਮਹਾਰਾਜ ਨੇ ਜ਼ਿਕਰ ਕੀਤਾ ਹੈ। ਰਾਮ ਜਪੋ ਜੀ ਐਸੇ ਐਸੇ, ਐ ਜਗਿਆਸੂ, ਅਗਰ ਤੇਰੇ ਮਨ ਦੇ ਵਿੱਚ ਐਸਾ ਕੋਈ ਬੰਦਗੀ ਕਰਨ ਦਾ ਸ਼ੌਂਕ ਪੈਦਾ ਹੋ ਗਿਆ ਹੈ, ਫਿਰ ਤੈਨੂੰ ਭਗਤ ਪ੍ਰਹਿਲਾਦ ਔਰ ਭਗਤ ਧਰੂ ਦੇ ਸਮਾਨ ਇਹ ਆਪਣੇ ਹਿਰਦੇ ਦੇ ਵਿੱਚ ਨਾ ਐਸਾ ਜਿਹੜਾ ਬੜਾ ਹੱਠ ਧਾਰਨ ਕਰਨਾ ਪਏਗਾ। ਭਗਤ ਪ੍ਰਹਿਲਾਦ ਜੀ ਦੇ ਸਾਹਮਣੇ ਮੌਤ ਤੱਕ ਵੀ ਨੌਬਤ ਖੜੀ ਹੋ ਗਈ ਸੀ। ਉਹ ਸਮੇਂ ਅਹੰਕਾਰ ਦੇ ਵਿੱਚ ਇਸ ਦਾ ਆਪਣੀ ਪਿਤਾ ਕਹਿਣ ਲੱਗਿਆ ਵੀ ਇਉਂ ਦੱਸ, ਤੇਰਾ ਜਿਹੜਾ ਰਾਮ, ਤੇਰਾ ਭਗਵਾਨ ਵਾਸੁਦੇਵ, ਉਹ ਰਹਿੰਦਾ ਕਿੱਥੇ ਹੈ? ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਪਰ ਹੁਣ ਭਗਤ ਪ੍ਰਹਿਲਾਦ ਜੀ ਐਸੀ ਦ੍ਰਿਸ਼ਟੀ ਬਣ ਚੁੱਕੀ ਹੈ ਨਾ, ਫਰੀਦਾ ਖਾਲਕ ਖਲਕ ਮੈਂ ਖਲਕ ਬਸਰ ਬਮਾਏ, ਮੰਦਾ ਕਿਸਨੋਂ ਆਖੀ ਹੈ ਜਾਂ ਤਿਸ ਬਿਨ ਕੋਈ ਨਾ। ਅੱਲਾਹ ਤਾਲਾ ਖੁਦਾ ਉਹ ਤਾਂ ਸਾਰੇ ਪ੍ਰਾਣੀਆਂ ਦੇ ਅੰਦਰ ਸਦਾ ਦੇ ਲਈ ਵਿਆਪਕ ਹੋ ਰਿਹਾ ਨਾ। ਸਾਮੈ ਜੋਤ, ਜੋਤ ਹੈ ਸੋਏ ਤੇਦਾ ਚਾਨਣ, ਸਭ ਮੈਂ ਚਾਨਣ ਹੋਏ। ਜਿਤਨਾ ਚਿਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਰੀਰਾਂ ਦੇ ਅੰਦਰ ਵਸ ਰਹੀ ਹੈ, ਬਸ ਉਤਨਾ ਟਾਈਮ ਤਾਂ ਇਹ ਆਪਣੇ ਅੰਗਾਂ ਪੈਰਾਂ ਨੂੰ ਹਿਲਾ ਸਕਦਾ ਹੈ। ਪਰ ਜਦੋਂ ਜੋਤ ਜਿਸਮ ਦੇ ਵਿੱਚੋਂ ਕਿਤੇ ਨਿਕਲ ਗਈ ਨਾ ਬਾਹਰ, ਫੇਰ ਕੀ ਹੁੰਦਾ ਹੈ? ਹਮ ਆਦਮੀਆਂ ਇੱਕਦਮੀ ਮੌਲਤ ਮੌਤ ਨ ਜਾਣਾ, ਨਾਨਕ ਬਿਨਵੈ ਤੇ ਸੈਸਰੇ ਉਹ ਜਾ ਕੇ ਜੀ ਪ੍ਰਾਣਾ। ਉਹੀ ਫਿਰ ਇੱਕ ਮਿੱਟੀ ਦੀ ਮੜੋਲੀ ਦਾ ਰੂਪ ਧਾਰਨ ਕਰ ਲਏਗਾ। ਸਤਿਗੁਰੂ ਜੀ ਨੇ ਇੱਕ ਬਾਤ ਪ੍ਰਹਿਲਾਦ ਤੇ ਦੂਜੇ ਨੰਬਰ 'ਤੇ ਹੈਗੇ 5 ਸਾਲ ਦੀ ਉਮਰ ਦੇ ਵਿੱਚ ਇਹੋ ਜੀ ਬੰਦਗੀ ਕਰਨ ਵਾਲੇ ਧਰੂ ਭਗਤ ਦੋਵਾਂ ਦਾ ਹੀ ਨਾਮ ਮਹਾਰਾਜ ਨੇ ਇੱਕ ਥਾਂ 'ਤੇ ਅੰਕਿਤ ਕੀਤਾ ਹੋਇਆ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ, ਮਰਦਾਨਿਆ, ਦਰਅਸਲ ਇਹ ਜਿਹੜੀਆਂ ਲਾਈਟਾਂ, ਇਹ ਜਿਹੜੀ ਰੋਸ਼ਨੀ ਧਰੂ ਭਗਤ ਦੀ ਜਿਹੜੀ ਪੁਰੀ ਹੈ ਨਾ, ਉਹਦੇ ਵਿੱਚੋਂ ਆ ਰਹੀਆਂ ਹਨ। ਹੈਰਾਨ ਹੋ ਗਏ ਭਾਈ ਮਰਦਾਨਾ ਜੀ ਸੁਣ ਕੇ ਵੀ, ਕਿਤਨੀ ਲਾਈਟ, ਕਿਤਨਾ ਚਾਨਣ ਇਹਦੀ ਪੁਰੀ ਦੇ ਵਿੱਚੋਂ ਵੀ ਬਾਹਰ ਦੌਰ ਤੱਕ ਫੈਲ ਚੁੱਕਿਆ ਹੈ। ਭਾਈ ਮਰਦਾਨਾ ਜੀ ਕਹਿ ਲਗਾ, ਸੱਚੇ ਪਾਤਸ਼ਾਹ, ਜਿਵੇਂ ਪਹਿਲਾਂ ਆਪ ਜੀ ਨੇ ਬੜੇ ਵਿਸਤਾਰ ਦੇ ਸਹਿਤ ਮੈਨੂੰ ਭਗਤ ਪ੍ਰਹਿਲਾਦ ਜੀ ਦੇ ਬਾਰੇ ਬਚਨ ਸੁਣਾਏ, ਤੇ ਹੁਣ ਮੈਂ ਇਹਦੇ ਬਾਰੇ ਵੀ ਆਪ ਦੇ ਕੋਲ ਇਹੋ ਜਿਹੇ ਅਮੋਲਕ ਬਚਨ ਕੰਨਾਂ ਦੇ ਨਾਲ ਸੁਣਨੇ ਚਾਹੁੰਦਾ ਵੀ ਕਿਵੇਂ 5 ਬਰਖ ਦਾ ਹੋਵੇ ਬੱਚਾ, ਉਹਨਾਂ ਤੋਂ ਕੋਈ ਖਾਸ ਮਨ ਦੇ ਵਿੱਚ ਐਸੀ ਸੋਝੀ ਪੈਦਾ ਹੁੰਦੀ ਨਹੀਂ। ਬੜੇ ਐਸੇ ਲੋਕ ਜਿਨ੍ਹਾਂ ਦੇ ਧੁੱਪੇ ਤੌਲੀ ਤਾਂ ਆ ਗਏ, ਪਰ ਕਦੇ ਵੀ ਐਸੀਆਂ ਸ਼ੋਭ ਵਿਚਾਰਾਂ ਉਹਨਾਂ ਦੇ ਮਨ ਦੇ ਵਿੱਚ ਪੈਦਾ ਹੁੰਦੀਆਂ ਹੀ ਨਹੀਂ। ਇੱਕ ਨਾਲ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਉਸੇ ਤਰ੍ਹਾਂ ਬੇਪਰਵਾਹੀ ਦੇ ਵਿੱਚ ਹੀ ਉਹਨਾਂ ਨੇ ਆਪਣੀ ਸਾਰੀ ਜਿਹੜੀ ਉਮਰ ਗੁਜ਼ਾਰ ਦੇਣੀ ਹੈ, ਚਾਹੇ ਘੱਟ ਹੈ ਚਾਹੇ ਵੱਧ ਹੈ। ਜਿਹੋ ਜਿਹੇ ਦੁਨੀਆ ਦੇ ਵਿੱਚ ਆਏ
ਜਿਹੋ ਜੇ ਨਾ ਆਏ ਕਉ ਕਬੀਰ ਕਿਛ ਗੁਣ ਵਿਚਾਰ ਚਲੇ ਜੁਆਰੀ ਦੋਇਤ ਚਾਰ। ਜਿਵੇਂ ਜ਼ੂਏਬਾਜ਼ ਮਨੁੱਖ ਆਪਣੀ ਬਾਜੀ ਹਾਰ ਕੇ ਨਾ ਫਿਰ ਕੀ ਹੁੰਦਾ ਹੈ? ਖਾਲੀ ਹੱਥੀਂ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਕਉ ਕਬੀਰ ਕਿਛ ਗੁਣ ਵਿਚਾਰ ਚਲੇ ਜੁਆਰੀ ਦੋਇ ਹੱਥ ਚਾਰ। ਦੋਵੇਂ ਹੱਥ ਝਾੜ ਕਰਕੇ ਖਾਲੀ ਹੋ ਕੇ ਘਰਾਂ ਨੂੰ ਵਾਪਸ ਮੁੜ ਜਾਂਦੇ ਹਨ। ਉਹਨਾਂ ਦੀ ਜੇਬ ਦੇ ਵਿੱਚ ਇੱਕ ਵੀ ਜਿਹੜਾ ਪੈਸਾ ਲਾਭਦਾ ਪੈਂਦਾ ਹੀ ਨਹੀਂ। ਬਸ ਜਿਹੋ ਜੇ ਆਏ ਜਿਹੋ ਜੇ ਨਾ ਆਏ। ਗੁਰੂ ਬਾਬਾ ਜੀ ਦੇ ਅੱਗੇ ਉਸ ਸਮੇਂ ਭਾਈ ਮਰਦਾਨਾ ਜੀ ਨੇ ਜਦੋਂ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਵੀ ਆਪ ਤਾਂ ਸਰਬਾਗੋਂ ਅੰਤਰ ਜਾਮੀਓ ਤਿੰਨੇ ਕਾਲਾਂ ਦਾ ਆਪ ਨੂੰ ਸਦਾਵਾ ਤੇ ਗਿਆਨ ਹੈ ਨਾ, ਇਹਦੇ ਬਾਰੇ ਵੀ ਕੁਝ ਕੁ ਮੈਨੂੰ ਬਚਨ ਸੁਣਾ ਦਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਇੱਕ ਜਿਹੜਾ ਸ਼ੰਭੂ ਮਨ ਨਾਮ ਦਾ ਬੜਾ ਤੇਜ ਪ੍ਰਤਾਪੀ ਪਹਿਲੇ ਸਮਿਆਂ ਦੇ ਵਿੱਚ ਮਹਾਰਾਜਾ ਹੋਇਆ, ਟੈਮ ਪਾ ਕੇ ਇਹਦੇ ਘਰ ਦੇ ਵਿੱਚ ਦੋ ਜਿਹੜੇ ਸਾਹਿਬਜ਼ਾਦਿਆਂ ਨੇ ਜਨਮ ਧਾਰਨ ਕੀਤਾ। ਇੱਕ ਤਾਂ ਹੈ ਰਾਜਾ ਪ੍ਰੈਵਰਤ ਜਿਨ ਕੈ ਰਤ ਨੇਮ ਦਰਾਰਨ ਤੇ ਸਤ ਸਾਗਰ ਹੈ ਅਬਲੋ ਜਗ ਮਾਈ। ਕਹਿੰਦੇ ਜਿਹਨੇ ਰਾਤੀ ਇਤਨੇ ਵੱਡੇ ਵੱਡੇ ਘਰ ਦੇ ਤਿਆਰ ਕੀਤੇ, ਉਹਨਾਂ ਦੇ ਪਈਆਂ ਦੇ ਨਾਲ ਸੱਤ ਜਿਹੜਾ ਵੱਡੇ ਵੱਡੇ ਸਾਗਰ ਬਣ ਗਏ। ਜਿਨ ਕੈ ਰਥ ਨੇਮ ਦਰਾਰਨ ਤੇ ਸਤ ਸਾਗਰ ਹੈ ਅਬਲੋ ਜਗ ਮਾਹੀ। ਦੂਜਾ ਜਿਹੜਾ ਉਤਾਨ ਪਾਦ ਨਾਮ ਕਰਕੇ ਇਹਦੇ ਮਹਿਲਾਂ ਦੇ ਵਿੱਚ ਇਹੋ ਜਿਹਾ ਧਰਮਾਤਮਾ ਸਾਹਿਬਜ਼ਾਦਾ ਪੈਦਾ ਹੋਇਆ ਸੀ। ਪਰ ਜਦੋਂ ਉਤਾਨ ਪਾਦੀਆਂ ਅੱਗੇ ਫਿਰ ਦੋ ਸ਼ਾਦੀਆਂ ਹੋਈਆਂ, ਇੱਕ ਸੁਰਚੀ ਤੇ ਦੂਜੀ ਹੈਗੀ ਸੁਨੀਤਾ। ਜਿਹੜੀ ਹੈ ਸੁਰਚੀ ਨਾਮ ਦੀ ਮਹਾਰਾਣੀ, ਇਹ ਸੀ ਬੜੀ ਚੁਸਤ ਚਲਾਕ। ਇਹੋ ਜਿਹੇ ਹਾਵ ਭਾਵ ਕਰਦਿਆਂ ਹੋਇਆਂ ਨੇ ਬਸ ਰਾਜੇ ਉਤਾਨ ਪਾਦ ਨੂੰ ਆਪਣੇ ਵਾਦੇ ਵਿੱਚ ਕਰ ਲਿਆ। ਇਉਂ ਲੱਗਦਾ ਸੀ ਵੀ ਜਿਵੇਂ ਨੇ ਮੁੱਲ ਹੀ ਖਰੀਦਿਆ ਹੋਇਆ ਰਾਜੇ ਉਤਾਨ ਪਾਦ ਨੂੰ। ਉਸ ਸਮੇਂ ਇਹੋ ਜਿਹੀ ਰਾਜੇ ਦੇ ਕੰਨਾਂ ਦੇ ਵਿੱਚ ਚੁਗਲੀ ਕੀਤੀ, ਹਾਂ ਭਾਵ ਦੁਆਰਾ ਆਪਣੀ ਸਕੀ ਭੈਣ ਨੂੰ ਰਾਜ ਮਹਿਲਾਂ ਚੋਂ ਬਾਹਰ ਕਢਵਾ ਦਿੱਤਾ। ਇਹ ਵਿਚਾਰੀ ਕਾਫੀ ਦੂਰੀ ਤੇ ਆਪਣਾ ਸਾਦਾ ਜਿਹਾ ਘਰ ਬਣਾ ਕਰਕੇ ਰਹਿਣ ਲੱਗ ਪਈ ਹੈ। ਪਰ ਜਦੋਂ ਗੁਰੂ ਭਗਤ ਨੇ ਇਹਦੇ ਪੇਟ ਤੋਂ ਜਨਮ ਧਾਰਨ ਕੀਤਾ, ਇੱਕ ਦਿਨ ਬਹੁਤ ਸਾਰੇ ਬੱਚੇ ਖੇਲਦੇ ਖੇਲਦੇ ਰਾਜੇ ਦੇ ਮਹਿਲਾਂ 'ਚ ਪਹੁੰਚ ਗਏ। ਉਸ ਸਮੇਂ ਉਤਾਨ ਪਾਦ ਰਾਜਾ ਕੱਲੇ ਕੱਲੇ ਬੱਚੇ ਨੂੰ ਬੁਲਾ ਕਰਕੇ ਪੁੱਛਣ ਲੱਗਿਆ ਵੀ ਤੂੰ ਕਿਹਦਾ ਬੇਟਾ ਹੈ, ਤੇਰੇ ਮਾਂ ਪਿਓ ਦਾ ਨਾਮ ਕੀ ਹੈ? ਉਵੇਂ ਉਵੇਂ ਉਹ ਆਪੋ ਆਪਣੀ ਬਾਰੀ ਦੇ ਮੁਤਾਬਕ ਦਾਦੇ ਗਏ। ਪਰ ਜਦੋਂ ਆ ਗਈ ਧਰੋ ਦੀ ਵਾਰੀ, ਕਹਿਣ ਲੱਗਿਆ ਵੀ ਮੇਰੀ ਜਿਹੜੀ ਮਾਤਾ ਫਲਾਣੀ ਥਾਂ 'ਤੇ ਆਪਣਾ ਘਰ ਬਣਾ ਕਰਕੇ ਰਹਿ ਰਹੀ ਹੈ। ਸੁਣਨ ਅਨੁਸਾਰ ਉਤਾਨ ਪਾਦ ਰਾਜੇ ਨੇ ਸੋਚਿਆ ਵੀ ਇਹ ਤਾਂ ਮੇਰਾ ਆਪਣੀ ਖੂਨ ਹੈ ਨਾ। ਹੈਰਾਨ ਹੋ ਗਿਆ। ਇਹੋ ਜਿਹੀ ਇੱਕ ਆਪਣੇ ਖੂਨ ਦੀ ਮੋਹ ਮਮਤਾ ਜਾਗੀ ਰਾਜੇ ਉਤਾਨ ਪਾਦ ਦੇ ਮਨ ਦੇ ਅੰਦਰ। ਧਰੋ ਭਗਤ ਨੂੰ
ਦੋਵੇਂ ਬਾਵਾਂ ਦੇ ਨਾਲ ਪਕੜ ਕਰਕੇ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਰਾਜੇ ਉਤਾਨਪਾਦ ਨੇ ਪਰ ਜਦੋਂ ਇਹਦੀ ਮਤਰਾ ਮਾਂ ਸੁਰਚੀ ਉਹਦੀ ਪੈ ਗਈ ਨਿਗਾਹ ਵੀ ਇਹ ਤਾਂ ਮੇਰੀ ਸੌਕਣ ਦਾ ਪੁੱਤਰ ਰਾਜੇ ਦੀ ਗੋਦ ਦੇ ਵਿੱਚ ਕਿਵੇਂ ਆ ਕਰਕੇ ਬਹਿ ਗਿਆ। ਤਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ। ਮਨ ਵਿੱਚ ਰੋਸ ਮਤਰੇਈ ਕੀਤਾ, ਬੜਾ ਗੁੱਸਾ ਬੜਾ ਕ੍ਰੋਧ ਇਹਦੇ ਮਨ ਦੇ ਅੰਦਰ ਪੈ ਗਿਆ। ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿਕਾਮਾ ਪੁੱਛੇ, ਤੂੰ ਸਾਵਾਣੀ ਹੈ ਕਿ ਸਰੀਤਾ ਸਾਵਾਣੀਆਂ, ਜਨਮ ਦੀ ਨਾਮ ਨ ਭਗਤੀ ਕਰਮ ਦਰੜੀਤਾ। ਉਹ ਸਮੇਂ ਜਦੋਂ ਤਰੂ ਭਗਤ ਦੇ ਨਾ ਇਹਨੇ ਦੋਵੇਂ ਪਾਸੇ ਚਿਹਰੇ ਤੇ ਦਬ ਦਬ ਕਰਕੇ ਇਹੋ ਜਿਹੀਆਂ ਮਾਰੀਆਂ ਚਪੇੜਾਂ ਮੂੰਹ ਤੇ ਨੀਲ ਪਾ ਤੇ ਰੋਂਦਾ ਰੋਂਦਾ ਵਿਚਾਰਾ ਆਪਣੀ ਮਾਂ ਕੋਲੇ ਪਹੁੰਚ ਗਿਆ ਹੈ। ਦੇ ਕਰਕੇ ਹੈਰਾਨ ਹੋ ਗਈ। ਦ੍ਰੋਪਦੀ ਦੀ ਮਾਂ ਵੀ ਅੱਜ ਪਹਿਲਾ ਦਿਨ ਹੈ, ਅੱਗੇ ਕਦੇ ਵੀ ਮੈਂ ਇਹਨੂੰ ਰੋਂਦਾ ਹੋਇਆ ਦੇਖਿਆ ਹੀ ਨਹੀਂ। ਸਾਰੀ ਗੱਲਬਾਤ ਜਦੋਂ ਉਹਨੂੰ ਪਤਾ ਲੱਗਿਆ, ਕਹਿ ਲੱਗੀ, ਬੇਟਾ ਤੇਰੀ ਮਾਸੀ ਸੱਚੀ ਗੱਲ ਕਹਿੰਦੀ ਹੈ, ਇਹਦੇ ਵਿੱਚ ਕੋਈ ਇਹੋ ਜਿਹਾ ਝੂਠ ਤਾਂ ਹੈ ਨਹੀਂ, ਤੇਰਾ ਵੀ ਔਰ ਮੇਰਾ ਵੀ ਰਾਜ ਮਹਿਲਾਂ ਦੇ ਵਿੱਚ ਹੋਇਆ ਜਨਮ। ਪਰ ਇਉਂ ਲੱਗਦਾ ਹੈ ਵੀ ਜਿਹੜੀ ਆਪਣੀ ਕੀਤੀ ਹੋਈ ਤਪੱਸਿਆ ਉਹਦੇ ਵਿੱਚ ਕੋਈ ਭੰਗਣਾ ਪਈ ਹੋਈ ਹੈ। ਆਪਾਂ ਦੋਵੇਂ ਰਾਜ ਮਹਿਲਾਂ 'ਚ ਪੈਦਾ ਹੋਣ ਦੇ ਬਾਵਜੂਦ ਉਸੇ ਤਰ੍ਹਾਂ ਖਾਲੀ ਬੈਠੇ ਆ ਨਾ। ਤੇਰਾ ਵੀ ਮੇਰਾ ਵੀ ਰਾਜ ਘਰਾਣਿਆਂ ਦੇ ਵਿੱਚ ਜਨਮ ਜ਼ਰੂਰ ਹੋਇਆ। ਇਹੋ ਜਿਹਾ ਬੈਰਾਗ, ਇਹੋ ਜਿਹੀ ਉਦਾਸੀ ਉਸ ਸਮੇਂ ਤ੍ਰੋ ਭਗਤ ਦੇ ਮਨ ਦੇ ਵਿੱਚ ਜਦੋਂ ਪੈਦਾ ਹੋਈ। ਪੁੱਛਣ ਲੱਗਿਆ, ਮਾਤਾ ਫਿਰ ਦੱਸ ਕਿ ਸੋਦਮ ਤੇ ਰਾਜ ਮਿਲੈ, ਸਤਰੂ ਤੈ ਸਭ ਹੋਵਨ। ਮੀਤਾ ਵੀ ਆਪਣਾ ਇਹ ਅੱਧਾ ਕੁ ਰਾਜ ਭਾਗ ਦਾ ਹੱਕ ਬਣਦਾ, ਉਹ ਕਿਵੇਂ ਮਿਲੂ? ਇਹ ਸੁਣ ਕੇ ਦ੍ਰੋਪਦੀ ਦੀ ਮਾਤਾ ਕਹਿ ਲੱਗੀ, ਪੁੱਤਰ ਜ਼ੈ ਤੋਂ ਰਾਜ ਭਾਗ ਪ੍ਰਾਪਤ ਕਰਨਾ ਚਾਹੁੰਦਾ, ਫਿਰ ਤਾਂ ਤੈਨੂੰ ਭਗਵਾਨ ਦੀ ਜਿਹੜੀ ਬੰਦਗੀ ਕਰਨੀ ਪੈਗੀ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੀ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਦੁਖ ਸੁਖ ਕੋ ਨਾ ਦੇਤ ਕਹਿ ਤਾਈ। ਉਸ ਟਾਈਮ ਤੇ ਤ੍ਰੂ ਭਗਤ ਦੀ ਮਾਂ ਕਹਿਣ ਲੱਗੀ, ਬੇਟਾ ਇਹ ਜਿਹੜੇ ਦੁੱਖ ਔਰ ਸੁੱਖ ਮਿਲ ਰਹੇ ਨੇ ਨਾ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਦਰਅਸਲ ਇਹ ਤਾਂ ਆਪਣੇ ਕਰਮਾਂ ਦੇ ਮੁਤਾਬਕ ਪ੍ਰਾਪਤ ਹੋ ਰਹੇ ਹਨ। ਕਰਮ ਕਰਹਿ ਜਸ ਤਸ ਫਲ ਪਾਈ। ਜੈਸਾ ਬੀਜੈ ਸੋ ਲੈਣਾ, ਕਰਮਾ ਸੰਦੜਾ ਖੇਤ। ਜਿਉ ਜੈ ਪ੍ਰਾਣੀ ਨੇ ਕੋਈ ਵੀ ਹੋਵੇ, ਗਰੀਬ ਹੈ ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਔਰ ਇੱਕ ਨੂੰ ਆਪੋ ਆਪਣੇ ਕਰਮਾਂ ਦਾ ਜਿਹੜਾ ਫਲ ਹੈ ਨਾ, ਉਹ ਸਮਾਂ ਪਾ ਕਰਕੇ ਭੁਗਤਣਾ ਹੀ ਪੈਂਦਾ ਹੈ। ਪ੍ਰਥਮ ਪੁੰਨ ਤੇ ਸੁਖ ਚੱਲ ਆਵੇ। ਜਦੋਂ ਕਿਤੇ ਇਸ ਮਨੁੱਖ ਦੇ ਨਾ ਜਿਹੜੇ
ਕੀਤੇ ਹੋਏ ਪੁੰਨ ਉਹ ਅੱਗੇ ਉਦੈ ਹੋ ਜਾਣ, ਫਿਰ ਕੀ ਹੁੰਦਾ ਹੈ? ਇਹਨੂੰ ਬੜਿਆ ਜਿਹੜੇ ਦੁਨਿਆਵੀ ਸੁੱਖ ਐਸ਼ ਬਰਜ਼ਬ ਭੂਤੀ ਵਗੈਰਾ ਪ੍ਰਾਪਤ ਹੋ ਜਾਂਦੀ ਹੈ। ਕਰੇ ਪਾਪ ਤੇ ਦੁਖ ਫਲ ਪਾਵੈ। ਜਦੋਂ ਕਿਤੇ ਪਾਪਾਂ ਦਾ ਫਲ ਅੱਗੇ ਆ ਗਿਆ, ਉਸ ਸਮੇਂ ਆ ਸਰੀਰ ਦੇ ਅੰਦਰੋਂ ਹੀ ਪਰਮਾਤਮਾ ਨੇ ਪਤਾ ਨਹੀਂ ਕਿੱਥੋਂ ਵੱਡੇ ਵੱਡੇ ਦੁੱਖ ਬੜੀਆਂ ਬੜੀਆਂ ਤਕਲੀਫਾਂ ਪੈਦਾ ਕਰ ਦੇਣੀਆਂ ਹਨ। ਗਿਰਾ ਸਬਤ ਨੇ ਸਾਚ ਉਚਾਰੀ। ਕਹਿ ਲੱਗੀ ਤੇਰੀ ਮਾਸੀ ਨੇ ਬਿਲਕੁਲ ਸੱਚੀਆਂ ਜਿਹੜੀਆਂ ਗੱਲਾਂ ਆਖੀਆਂ ਨੇ, ਤੈਨੂੰ ਪਰਮਾਤਮਾ ਹੀ ਜਾਣਦਾ। ਆ ਬਾਹਰੋਂ ਤਾਂ ਸਰੀਰ ਦੇਖਣ ਨੂੰ ਇਹੋ ਲੱਗੂ ਵੀ ਇਹਦਾ ਕੁਝ ਵਿਗੜਿਆ ਨਹੀਂ ਹੋਇਆ, ਪਰ ਜਦੋਂ ਡਾਕਟਰ ਅਲਟਰਾਸਾਊਂਡ ਜਾਂ ਫਿਰ ਸਕੈਨਾਂ ਕਰਦੇ ਹਨ, ਕਹਿ ਦਿੰਦੇ ਨੇ ਜੀ ਬਸ ਇਹਦੀ ਜਿਹੜੀ ਅੰਦਰਲੀ ਮਸ਼ੀਨਰੀ ਫੇਲ ਹੋ ਗਈ, ਇਹਦੇ ਜਿਹੜੇ ਅੰਦਰਲੇ ਅੰਗ ਬਿਲਕੁਲ ਕੰਮ ਕਰਨੋਂ ਹਟ ਗਏ ਨੇ। ਬਾਹਰੋਂ ਤਾਂ ਕੋਈ ਨਹੀਂ ਨਾ ਪਤਾ ਲੱਗਦਾ ਵੀ ਜਿਹੜੀ ਅੰਦਰਲੀ ਆ ਜੀ ਮਸ਼ੀਨਰੀ ਵਾਹਿਗੁਰੂ ਨੇ ਇਹ ਆਪਣੀ ਸੱਤਾ ਦੇ ਦੁਆਰਾ ਰਚੀ ਹੋਈ ਤਾਂ ਉਹ ਆਪ ਹੀ ਜਾਣਦਾ। ਜਦੋਂ ਕੋਈ ਐਸੇ ਪਾਪ ਕਰਮ ਅੱਗੇ ਆ ਗਏ, ਉਸ ਸਮੇਂ ਵੇਰੇ ਨੂੰ ਵੱਡੇ ਵੱਡੇ ਕਸ਼ਟ ਸਰੀਰਾਂ ਦੇ ਉੱਪਰ ਝੱਲਣੇ ਪੈਂਦੇ ਹਨ। ਤੂੰ ਜਨਮਿਓ ਮਮ ਗਰਭ ਮਝਾਰੀ। ਤੁਰ ਭਗਤੀ ਮਾਂ ਕਹਿਣ ਲੱਗੀ, ਪੁੱਤ ਦੇਖ ਤੈਂ ਆ ਮੇਰੀ ਕੁੱਖ ਤੋਂ ਆ ਮਾਤਲੋ ਦੀ ਧਰਤੀ ਦੇ ਉੱਪਰ ਜਨਮ ਧਾਰਨ ਕੀਤਾ। ਮੰਦ ਭਾਗ ਮੋਕੋ ਲਖ ਲੀਜੈ। ਮੈਂ ਆਪਣੇ ਆਪ ਨੂੰ ਬਹੁਤ ਹੀ ਮਾੜੀ ਕਿਸਮਤ ਵਾਲੀ ਮੰਨਦੇ ਸਮਝਦੀਆਂ ਵੀ ਰਾਜ ਘਰਾਣੇ ਦੇ ਵਿੱਚ ਪੈਦਾ ਹੋ ਕੇ ਬੈਠੇ ਆ, ਇੱਕ ਸਾਦੇ ਦੇ ਘਰ, ਸਾਦੇ ਜੇ ਘਰ 'ਚ ਨਾ, ਇਸ ਦੇ ਨਾਲੋਂ ਹੋਰ ਆਪਣੀ ਕਿਹੜੀ ਮਾੜੀ ਤਕਦੀਰ ਹੋ ਸਕਦੀ ਹੈ। ਦਾਸੀ ਸਾਮਨਹਿ ਮੁਝੈ ਲਖੀਜੈ। ਕਹਿ ਲੱਗੀ ਵੀ ਮੇਰਾ ਮਾਨ ਸਤਕਾਰ ਤਾਂ ਰਾਜਾ ਉਤਾਨਪਾਦ ਕਦੇ ਆਪਣੀਆਂ ਦਾਸੀਆਂ ਦੇ ਸਮਾਨ ਵੀ ਨਹੀਂ ਕਰਦੇ ਹਨ। ਸਿੰਘਾਸਨ ਕੀ ਜੇ ਅਭਿਲਾਖੇ। ਅਗਰ ਤੂੰ ਇਸ ਸਿੰਘਾਸਨ ਨੂੰ ਪ੍ਰਾਪਤ ਕਰਨ ਦੀ ਤੇਰੇ ਮਨ ਦੇ ਵਿੱਚ ਕੋਈ ਐਸੀ ਅਭਿਲਾਖਾ, ਇਹੋ ਜੀ ਤਮੰਨਾ ਪੈਦਾ ਹੋ ਗਈ ਹੈ, ਭਜੋ ਪ੍ਰਭੂ ਮਨ ਕੋ ਥਿਰ ਰਾਖੇ। ਖੈਰ ਰਾਖੇ। ਜਦੋਂ ਤੇਰਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ, ਆ ਫਿਰ ਦੁਨਿਆਵੀ ਰਾਜ ਭਾਗਾਂ ਦੀ ਤਾਂ ਗੱਲ ਕੀ ਕਰਨੀ ਹੈ। ਅਵਿਨਾਸੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ। ਇਹ ਪ੍ਰਾਣੀ ਇਹ ਮਨੁੱਖ, ਅਗਰ ਤੂੰ ਐਸੀਆਂ ਅਟਲ ਪਦਵੀਆਂ ਪ੍ਰਾਪਤ ਕਰਨੀਆਂ ਚਾਹੁੰਦਾ ਨਾ, ਅਵਿਨਾਸੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ। ਸਦਾ ਕੀ ਹੈ? ਪੱਠੇ ਪੈਰ ਦਿਨ ਰਾਤ ਕਿਹੜੇ ਸਿਮਰਦੇ ਹਨ? ਰੱਬ ਦੇ ਪਿਆਰੇ, ਉਹਨਾਂ ਦੀ ਤਾਂ ਬਿਰਤੀ ਸਦਾ ਦੇ ਲਈ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜੀ ਰਹਿੰਦੀ ਹੈ। ਮਹਾਰਾਜ ਦੇ ਵਚਨ ਆਪਾਂ ਸੁਣਦੇ ਰਹਿੰਦੇ ਹਾਂ। ਊਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦ ਕਾਮ। ਤੁਰੋ ਬਾਗ ਦੀ ਜਿਹੜੀ ਮਾਤਾ ਬੜੀ ਪਿਆਰ ਦੇ ਨਾਲ ਸਮਝਾਉਣ ਲੱਗੀ ਵੀ ਅਗਰ ਚਲੋ ਇਹ ਜਿਹੜਾ ਤੂੰ ਸਿੰਘਾਸਨ ਪ੍ਰਾਪਤ ਕਰਨਾ ਚਾਹੁੰਦਾ, ਫਿਰ ਤੈਨੂੰ ਪਰਮਾਤਮਾ ਦੀ ਜਿਹੜੀ ਭਗਤੀ ਕਰਨੀ ਪੈਣੀ ਹੈ। ਜਾਸ ਚਰਨ ਕੀ ਸੇਵਨ ਕਰਕੇ। ਜੈਸ ਭਗਵਾਨ ਜਿਸ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਦੇ ਆ ਇਹ ਸਾਰੀਆਂ ਹੀ ਦਾਤਾਂ ਮਨੁੱਖ ਨੂੰ ਪ੍ਰਾਪਤ ਹੋ ਸਕਦੀਆਂ ਹਨ। ਲਿਓ ਬ੍ਰਹਮ ਪਦ ਵਿਦ ਹਿਤ ਧਰ ਕੇ। ਦੇਖੋ ਜਿਹੜੇ ਵਿਦਾਤਾ ਸਾਰੇ ਸੰਸਾਰ ਨੂੰ
ਪੈਦਾ ਕਰਨ ਵਾਲੇ ਉਹਨਾਂ ਨੇ ਵੀ ਪਹਿਰੇ ਸਿਮਰਨ ਕਰਦਿਆਂ ਐਸੇ ਮੁਰਾਤਬੇ ਜਿਹੜੇ ਪ੍ਰਾਪਤ ਕੀਤੇ। ਤੋਰ ਪਿਤਾਮਾ ਭਾ ਮਨੁ ਰਾਜੂ। ਕਹਿ ਲੱਗੀ ਵੀ ਜਿਹੜਾ ਤੇਰਾ ਦਾਦਾ ਸ਼ੰਭੂ ਮਨ ਕਰਕੇ ਬਹੁਤ ਧਰਮਾਤਮਾ ਮਹਾਰਾਜਾ ਹੋਇਆ, ਕੀਨ ਅਨਕ ਮਖ ਭੂਰ ਸਮਾਜੂ। ਉਸ ਨੇ ਵੀ ਆਪਣੀ ਜ਼ਿੰਦਗੀ ਦੌਰਾਨ ਪਤਾ ਨਹੀਂ ਕਿਤਨੇ ਬੜੇ ਬੜੇ ਯੱਗ ਨਾਨਾ ਪ੍ਰਕਾਰ ਦੇ ਹਵਨ ਕਰਵਾਏ ਸਨ। ਹਰ ਕੋ ਸਿਮਰਨ ਕਰ ਸੁਖ ਪਾਵਾ। ਹਰ ਕੋ ਸਿਮਰਨ ਕਰ ਸੁਖ ਪਾਵਾ। ਇਹ ਜਿਹੜਾ ਮਨ ਦਾ ਸੁਖ ਉਹਦਾ ਫਿਰ ਪਰਮਾਤਮਾ ਦੇ ਸਿਮਰਨ ਦੇ ਵਿੱਚੋਂ ਹੀ ਪ੍ਰਾਪਤ ਹੋਣਾ ਹੈ। ਪੁੰਨ ਪ੍ਰਭ ਪਦ ਮਹਿ ਅੰਤ ਸਮਾਵਾ। ਫਿਰ ਉਹਨਾਂ ਦੀ ਜਿਹੜੀ ਸਮਾਈ ਸਰੀਰ ਤਿਆਗਣ ਤੋਂ ਬਾਅਦ ਸਦਾ ਦੇ ਲਈ ਪਰਮਾਤਮਾ ਦੇ ਨਾ ਚਰਨਾਂ ਦੇ ਵਿੱਚ ਹੀ ਹੋ ਗਈ ਹੈ। ਤਾਂ ਤੇ ਹੈ ਸੁਤ ਮਨ ਕਰਮ ਬਚਨਾ। ਹੁਣ ਸਮੇਂ ਜਿਹੜੀ ਹੈ ਸੁਨੀਤਾ ਧਰੂ ਭਗਤ ਦੀ ਮਾਂ ਕਹਿਣ ਲੱਗੀ, ਪੁੱਤਰ ਫਿਰ ਤੈਨੂੰ ਮਨ ਕਰਕੇ ਔਰ ਸਰੀਰ ਕਰਕੇ ਕਰਮਾਂ ਦੁਆਰਾ ਐਸੀ ਜਿਹੜੀ ਪ੍ਰਭੂ ਦੀ ਬੰਦਗੀ ਬੜੇ ਹੱਟ ਦੇ ਨਾਲ ਕਰਨੀ ਪਵੇਗੀ। ਜਾਹੋ ਸ਼ਰਨ ਜਾਂ ਕੀ ਸਭ ਰਚਨਾ। ਉਸ ਭਗਵਾਨ ਦੀ ਸ਼ਰਨ ਦੇ ਵਿੱਚ ਜਦੋਂ ਤੋਂ ਡਿੱਗ ਪਿਆ ਨਾ, ਜਿਹਨੇ ਬਸ ਆ ਕੀੜੀ ਤੋਂ ਲੈ ਕੇ ਬਰਮਾ ਤੱਕ ਸਾਰੇ ਜੀਵ ਪੈਦਾ ਕੀਤੇ ਹਨ। ਖੋਜਤ ਮੁਨ ਜਨ ਜੋਗੀ ਜਾਸੂ। ਜੈਸਨ ਵੱਡੇ ਵੱਡੇ ਜੋਗੀਸ਼ਰ ਰਿਸ਼ੀ ਮੁਨੇ ਸਾਧੂ ਮਹਾਤਮਾ ਇਹ ਨਾਦੀ ਕਾਲ ਤੋਂ ਦੀ ਖੋਜ ਕਰਦੇ ਨੇ ਵੀ ਕਦੇ ਮੈਨੂੰ ਵੀ ਭਗਵਾਨ ਦੀ ਪ੍ਰਾਪਤੀ ਹੋ ਜਾਏਗੀ। ਸਿਮਰੋ ਤੇਹ ਪੈਹ ਹੋ ਫਲ ਆਸੂ। ਸਿਮਰੋ ਤੇ ਵੀ ਜਦੋਂ ਉਸ ਨਿਰਗੁਣ ਵਾਹਿਗੁਰੂ ਦਾ ਕਰੇਗਾ ਸਿਮਰਨ, ਫਿਰ ਤੈਨੂੰ ਐਸੇ ਫਲ ਵੀ ਆ ਤੇਰੀ ਝੋਲੀ ਦੇ ਵਿੱਚ ਪੈ ਜਾਣੇ ਹਨ। ਸੁਨਿਓ ਮਾਤ ਉਪਦੇਸ਼ ਵਿਸਾਲਾ। ਇਹੋ ਜਿਹਾ ਸ਼ੋਭ ਉਪਦੇਸ਼ ਧਰੋ ਭਗਤ ਨੇ ਜਦੋਂ ਆਪਣੀ ਮਾਂ ਦੇ ਕੋਲੋਂ ਕੰਨਾਂ ਦੇ ਨਾਲ ਸੁਣ ਲਿਆ, ਹਿਰਦੈ ਧੀਰ ਧਰੀ ਤੇ ਕਾਲਾ। ਉਸ ਵਕਤ ਧਰੋ ਭਗਤ ਦੇ ਮਨ ਦੇ ਵਿੱਚ ਐਸਾ ਧੀਰਜ ਤੇ ਕਿਹੋ ਜਿਹਾ ਵਿਚਾਰੇ ਦੇ ਦੁਲਾਸਾ ਪੈਦਾ ਹੋ ਗਿਆ ਹੈ। ਤੂਰਨ ਤ੍ਰਿਨ ਸਮਪੁਰ ਕੋ ਤਿਆਗੀ। ਉਸ ਵਕਤ ਜਿਵੇਂ ਹੁੰਦਾ ਨਾ ਇੱਕ ਸੁੱਕਾ ਜੇ ਕਾਦਾ ਤਿਣਕਾ, ਉਹਦੀ ਨਾ ਕੋਈ ਕੀਮਤ ਨਾ ਕੋਈ ਮੁੱਲ। ਇਸੇ ਤਰ੍ਹਾਂ ਇੱਕ ਛਿਣ ਦੇ ਵਿੱਚ ਹੀ ਬਸ ਸਾਰੀ ਜਿਹੜੀ ਮੋਹ ਮਮਤਾ ਪਰਿਵਾਰ ਦੀ ਮਾਤਾ ਦੀ ਮਨ ਦੇ ਵਿੱਚੋਂ ਤਿਆਗ ਦਿੱਤੀ ਹੈ। ਭਾਵੇਂ ਧਰੂ ਭਗਤ ਦੀ ਮਾਤਾ ਚਾਹੁੰਦੀ ਤਾਂ ਨਹੀਂ ਹੈ ਵੀ ਮੇਰਾ 5 ਸਾਲ ਦਾ ਬੱਚਾ ਜਾਵੇ ਰੋਈਆਂ ਬਿਆਵਾਨਾਂ 'ਚ, ਜਿੱਥੇ ਸ਼ੇਰ ਬਘਿਆੜ ਜਿੱਤੇ ਖੂੰਖਾ ਜਾਨਵਰ ਆਮ ਹੀ ਖੁੱਲੇ ਘੁੰਮਿਆ ਕਰਦੇ ਸਨ। ਪਰ ਇਹੋ ਜਿਹਾ ਬੈਰਾਗ ਜਦੋਂ ਧਰੂ ਭਗਤ ਦੇ ਮਨ ਦੇ ਵਿੱਚ ਪੈਦਾ ਹੋ ਗਿਆ, ਬ੍ਰਹਮ ਲੋਕ ਭੋਗ ਲੋ ਚੈ ਸਵਨ ਕੋ ਤਿਆਗ। ਉਹਨੇ ਫਿਰ ਆ ਬਰਮ ਮਾਤਲੋ ਤੋਂ ਲੈ ਕੇ ਬਰਮ ਲੋਕ ਜਿਤਨੇ ਵੀ ਪਦਾਰਥਾਂ ਦੇ ਸੁੱਖ ਇੱਕ ਬਸ ਘਾਹ ਦੇ ਤੜਕੇ ਦੇ ਸਮਾਨ ਤਿਆਗ ਦਿੱਤੇ। ਮਦ ਬਨ ਕੋ ਗਮਨਿਓ ਵੱਡ ਭਾਗੀ। ਆਪਣੀ ਸੁੱਤੀ ਹੋਈ ਮਾਂ ਨੂੰ ਉੱਥੇ ਹੀ ਛੱਡ ਕਰਕੇ ਧਰੂ ਭਗਤ ਜੀ ਮਧੂ ਬੰਦੇ ਵੱਲ ਰਾਤ ਨੂੰ ਹੀ ਚੱਲ ਪਏ ਹਨ। ਨਾਰਦ ਸੁਨ ਕਰ ਸਭ ਬਿਰਤੰਤਾ। ਔਰ ਜਦੋਂ ਇਸ ਹਕੀਕਤ ਦੇ ਬਾਰੇ ਨਾਰਦ ਮੁਨੀ ਜੀ ਨੂੰ ਪਤਾ ਲੱਗਿਆ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਇਆ ਤੀਤਾ। ਗੁਰੂ ਘਰ ਦੇ ਵੈਦ ਵਿਆਸ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਨੇ ਆਪਣੀ 12 ਚ। ਨਾਰਦ ਮੁਨ ਉਪਦੇਸਿਆ
ਨਾਮ ਨਿਧਾਨ ਅਮਿਓ ਰਸ ਪੀਤਾ। ਐਸਾ ਜਿਹੜਾ ਹੈ ਤਾਰਤੀ ਬਰ ਵੈਰਾਗ ਤ੍ਰੋ ਭਗਤ ਦੇ ਮਨ ਦੇ ਵਿੱਚ ਪੈਦਾ ਹੋ ਗਿਆ। ਮਿਲਿਓ ਆਨ ਮਗ ਮਾਹੇ ਤੁਰੰਤਾ। ਕੌਣ ਰਾਹ ਦੇ ਵਿੱਚ ਜਦੋਂ ਨਾਰਦ ਮੁਨੀ ਜੀ ਦਾ ਮਿਲਾਪ ਧਰੋ ਭਗਤ ਜੀ ਨੂੰ ਹੋ ਗਿਆ। ਧਰੁਵ ਮਨ ਕੀ ਲਖ ਕਰ ਵਿਖਰਾਈ। ਹੁਣ ਨਾਰਦ ਜੀ ਨੇ ਬਚਨ ਬਿਲਾਸ ਕਰਕੇ ਅੰਦਾਜ਼ਾ ਲਾ ਗਿਆ ਵੀ ਇਹ ਤਾਂ ਰੋਈਆਂ ਬਿਆਬਾਨਾਂ 'ਚ ਜਾ ਕਰਕੇ ਬੜੀ ਘੋਰ ਤਪੱਸਿਆ ਕਰਨੀ ਚਾਹੁੰਦਾ ਹੈ। ਸਿਰ ਪਰ ਕਰ ਪਰਸਿਓ ਹਿਤ ਲਾਈ। ਉਸ ਸਮੇਂ ਨਾਰਦ ਮੁਨੀ ਜੀ ਹੁਣ ਧਰੋ ਭਗਤ ਨੂੰ ਇੱਕ 5 ਸਾਲ ਦਾ ਬੱਚਾ ਜਾਣਦੇ ਹੋਇਆ ਪਹਿਲਾਂ ਸਿਰ ਦੇ ਉੱਪਰ ਵਾਰ-ਵਾਰ ਹੱਥ ਫੇਰ ਕੇ ਬੜਾ ਲਾਡ ਪਿਆਰ ਕਰਨ ਲੱਗ ਪਏ ਹਨ। ਬਾਲ ਆਰ ਬਲ ਮ੍ਰਿਦੁਲ ਵਿਸ਼ਾਲਾ। ਜਦੋਂ ਸਾਰੀ ਗੱਲ ਤਾਂ ਨਾਰਦ ਮੁਨੀ ਜੀ ਨੂੰ ਧਰੋ ਭਗਤ ਨੇ ਦੱਸੀ ਦਿੱਤੀ ਹੈ ਵੀ ਮੈਂ ਤਾਂ ਬੜਾ ਉਦਾਸ ਦੁਖੀ ਹੋ ਕੇ ਆਪਣੇ ਘਰ ਤੋਂ ਚੱਲਿਆ। ਦੁਬਾਰਾ ਬੋਲੋ। ਬਾਲ ਆਰ ਬਲ ਮ੍ਰਿਦੁਲ ਵਿਸ਼ਾਲਾ। ਉਸ ਸਮੇਂ ਨਾਰਦ ਮੁਨੀ ਜੀ ਕਹਿਣ ਲੱਗੇ ਪੁੱਤਰ ਹੁਣ ਤਾਂ ਤੇਰੀ ਅਜੇ ਬਾਲਕ ਅਵਸਥਾ ਬੜੀ ਹੈ ਨਰਮ ਹੋਇਆ ਕਰਦੀ ਹੈ। ਸੁਨ ਬਿਮਾਤ ਬਚ ਭਾ ਉਰਸਾਲਾ। ਭਾਵੇਂ ਮਤਰਾਈ ਮਾਂ ਦੀਆਂ ਜਿਹੜੀਆਂ ਗੱਲਾਂ ਉਹ ਤੇਰੇ ਸੀਨੇ ਦੇ ਅੰਦਰ ਬੜੀਆਂ ਖੂਬ ਚੁੱਕੀਆਂ ਹਨ। ਬਿਗਸਤ ਬਾਨੀ ਬਦਨ ਬਖਾਨੀ। ਪਰ ਉਸ ਸਮੇਂ ਧਰੋ ਭਗਤ ਜੀ ਬੜਾ ਪ੍ਰਸੰਨ ਹੋ ਕੇ ਨਾਰਦ ਮੁਨੀ ਜੀ ਦੇ ਅੱਗੇ ਬੇਨਤੀ ਕਰਨ ਲੱਗ ਪਏ ਹਨ। ਸਿਸ ਤਬ ਬੈ ਨਹਿ ਮਾਨ ਅਮਾਨੀ। ਕਹਿ ਲਗੇ ਨਾਰਦ ਮੁਨੀ ਜੀ ਪੁੱਤਰ ਦੇ ਲੈ 5 ਸਾਲਾਂ ਦੇ ਬੱਚੇ ਨੂੰ ਨਾ ਆਦਰ ਨਾ ਨਿਰਾਦਰ ਨਾ ਮਾਨ ਅਪਮਾਨ ਬਾਰੇ ਕੋਈ ਪਤਾ ਨਹੀਂ ਨਾ ਹੁੰਦਾ। ਚੌਥਾ ਹੈ ਪਿਆਰ ਪੰਨੀ ਖੇਡ। ਤੇਰੇ ਵਰਗੇ ਬੱਚਿਆਂ ਨੂੰ ਤਾਂ ਇਸ ਉਮਰ ਦੇ ਵਿੱਚ ਕੀ ਪਿਆਰੀ ਹੁੰਦੀ ਹੈ, ਬਸ ਖੇਲਾਂ ਖੇਲਣੀਆਂ ਗਲੀਆਂ ਵਿਚਾਰ 'ਚ ਦੂਜਾ ਕੰਮ ਹੋਰ ਬੱਚਿਆਂ ਨੂੰ ਕੋਈ ਔੜਦੇ ਹੀ ਨਹੀਂ। ਚੌਥਾ ਹੈ ਪਿਆਰ ਪੰਨੀ ਖੇਡ। ਨਾਰਦ ਮੁਨੀ ਜੀ ਕਹਿ ਲਗੇ ਬੇਟਾ ਵੀ ਤੇਰੀ ਉਮਰ ਦੇ ਬੱਚੇ ਤਾਂ ਐਸ ਆਜੂ ਦੇ ਵਿੱਚ ਬਸ ਇੱਕ ਉਹਨਾਂ ਨੂੰ ਖੇਲ ਹੀ ਮਨ ਦੇ ਵਿੱਚ ਪਿਆਰੀ ਹੁੰਦੀ ਹੈ। ਖਾਨ ਪਾਨ ਖੇਲਨ ਰਸ ਰੀਤਾ। ਇਸ ਅਵਸਥਾ ਦੇ ਵਿੱਚ ਖਾਣਾ ਪੀਣਾ ਜਾਂ ਫਿਰ ਸਾਰਾ ਦਿਨ ਗਲੀਆਂ ਦੇ ਵਿੱਚ ਹੀ ਖੇਲ ਕਰਦਿਆਂ ਹੋਇਆਂ ਬੱਚੇ ਆਪਣਾ ਸਮਾਂ ਗੁਜ਼ਾਰ ਦਿੰਦੇ ਹਨ। ਇਨਹਿ ਚਾਹੇ ਤੂੰ ਕਿਉਂ ਵਿਪਰੀਤਾ। ਵੀ ਇਹੋ ਜਿਹੀਆਂ ਗੱਲਾਂ ਬਾਤਾਂ ਤੋਂ ਤੈਂ ਆਪਣੀ ਜਿਹੜੀ ਬੁੱਧੀ ਕਾਦੇ ਵਾਸਤੇ ਉਲਟ ਕਰ ਲਈ ਹੈ। ਅਵੈ ਗਿਆਨ ਕੀ ਕੀਨਸ ਪ੍ਰੀਹਾ। ਹੁਣੇ ਹੀ 5 ਸਾਲ ਦੀ ਉਮਰ 'ਚ ਤੈਂ ਗਿਆਨ ਪ੍ਰਾਪਤ ਕਰਨ ਦੀ ਕਿਤਨੀ ਵੱਡੀ ਇੱਛਾ ਤੇਰੇ ਅੰਦਰ ਪੈਦਾ ਹੋ ਗਈ। ਤਾਂ ਪਰ ਸੁਨੋ ਬਾਤ ਮਮ ਲੀਹਾ। ਉਸ ਸਮੇਂ ਨਾਰਦ ਮੁਨੀ ਜੀ ਬਾਰ-ਬਾਰ ਧਰੋ ਭਗਤ ਨੂੰ ਆਪਣੇ ਵੱਲੋਂ ਸਮਝਾਉਣ ਦਾ ਯਤਨ ਕਰ ਰਹੇ ਹਨ। ਜਬ ਪ੍ਰਾਨੀ ਕੋ ਉਪਜਹਿ ਗਿਆਨਾ। ਕਹਿ ਲਗੇ ਵੀ ਦੇਖ ਜਦੋਂ ਮਨੁੱਖ ਦੇ ਅੰਦਰ ਨਾ ਸਤਿਗੁਰ ਸ਼ਬਦੋ ਜਾਰੋ ਦੀ ਪੈਸਾ ਇੱਕ ਗਿਆਨ ਦਾ ਦੀਵਾ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪੈਦਾ ਹੋ ਗਿਆ ਨਾ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ। ਉਹਨਾਂ ਦੀ ਦਰੈਟੀ ਦੇ ਵਿੱਚ ਨਾ ਕੋਈ ਦੁਸ਼ਮਣ ਤੇ ਨਾ ਕੋਈ ਰਹਿੰਦਾ ਬੈਰੀ। ਹਰ ਇੱਕ ਸੋਗ ਜਾਗਾ ਨਹੀਂ ਬੈਰੀ ਮੀਤ ਸਮਾਨ। ਕੋ ਨਾਨਕ ਸੁਨ ਰੇ ਮਨਾ ਮੁਗਤ ਤਾਏ ਤਾ ਜਾਨ। ਮੁਗਤ ਪੁਰਸ਼ ਦੀਆਂ ਨਿਸ਼ਾਨੀਆਂ ਕੀ ਨੇ। ਉਹਨਾਂ ਦੇ ਚਿੱਤ ਦੇ ਉੱਪਰ ਨਾ ਕਦੇ ਖੁਸ਼ੀ ਨਾ ਕਦੇ ਗਮੀ ਦਾ ਅਸਰ ਹੋਵੇ। ਹਰ ਇੱਕ ਸੋਗ ਜਾਗਾ ਨਹੀਂ ਬੈਰੀ ਮੀਤ ਸਮਾਨ।
ਚਾਹੇ ਵੈਰੀ ਹੈ ਚਾਹੇ ਮਿੱਤਰ ਹੈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਆ ਮੇਰਾ ਜਾਨੀ ਦੁਸ਼ਮਣ ਤੇ ਆ ਮੇਰਾ ਬੜਾ ਪਿਆਰਾ ਮਿੱਤਰ ਬਣਿਆ। ਉਹ ਤਾਂ ਬਸ ਜਿਹੜੀ ਹੈ ਇੱਕ ਸਮ ਦ੍ਰਿਸ਼ਟੀ ਧਾਰਨ ਕਰ ਲੈਂਦੇ ਹਨ। ਛਤਰ ਮਿੱਤਰ ਦੁਖ ਦੂਖ ਸਮਾਨਾ, ਉਹਨਾਂ ਦੀ ਨਿਗਾਹ 'ਚ ਦੁੱਖ ਵੀ ਸੁੱਖ ਵੀ ਬੈਰੀ ਔਰ ਮਿੱਤਰ ਹੈ ਸਾਰੇ ਇੱਕੋ ਸਮਾਨ ਸਦਾ ਦੇ ਲਈ ਬਣ ਜਾਂਦੇ ਹਨ। ਤੋ ਤਪ ਕਰਨ ਬਾਦ ਹੈ ਤੇਰੋ। ਨਾਰਦ ਮੁਨੀ ਜੀ ਕਹਿਣ ਲੱਗੇ ਜੇ ਗਿਆਨ ਪ੍ਰਾਪਤ ਕਰਨਾ ਫਿਰ ਤੈਨੂੰ ਤਪ ਕਰਨ ਦੀ ਕੀ ਲੋੜ ਪੈ ਗਈ ਹੈ। ਹਟੋ ਜਾਹੋ ਗ੍ਰਹਿ ਕਰੋ ਬਸੇਰੋ। ਕਹਿ ਲੱਗੇ ਮੇਰਾ ਬਚਨ ਮੰਨ ਕਰਕੇ ਕਰਨੋਂ ਵਾਪਸ ਮੁੜ ਜਾ। ਰੋਈਆਂ ਬੀਆਵਾਨਾਂ 'ਚ ਰਹਿੰਦੇ ਨੇ ਬੜੇ ਬੜੇ ਬੱਬਰ ਸ਼ੇਰ ਚੀਤੇ ਬਗਿਆੜ, ਕੋਈ ਐਸਾ ਜੰਗਲੀ ਜਾਨਵਰ ਬਸ ਤੇਰੀ ਇੱਕੋ ਹੀ ਗਰਾਈ ਕਰੇਗਾ। ਜੇਤੋ ਸੁਖ ਤੁਝ ਦੇ ਬੇਮਾਤਾ, ਵੀ ਜਿਹੜੀ ਤੇਰੀ ਮਤਰੇ ਮਾਂ ਜਿਤਨਾ ਕੁ ਸੁੱਖ ਦਿੰਦੀ ਹੈ ਉਹਨੂੰ ਪ੍ਰਾਪਤ ਕਰ ਤੇ ਤੂੰ ਆਪਣੇ ਮਨ ਦੇ ਵਿੱਚ ਸਬਰ ਧਾਰਨ ਕਰ ਲੈ। ਤੇ ਤੋ ਜਾਏ ਭੋਗੋ ਹੈ ਤਾਤਾ। ਇਹ ਬੇਟਾ ਇਹ ਪੁੱਤਰ ਉਹਨਾਂ ਸੁੱਖਾਂ ਨੂੰ ਪ੍ਰਾਪਤ ਕਰਕੇ ਤੂੰ ਆਪਣਾ ਜੀਵਨ ਬਤੀਤ ਕਰ ਲੈ। ਕਾਹਨੂੰ ਐਵੇਂ ਰੋਈਆਂ ਬੀਆਬਾਨਾਂ ਦੇ ਬਲ ਜਾਣ ਦੇ ਲਈ ਮਨ ਦੇ ਵਿੱਚ ਇਤਨਾ ਤੈਂ ਹੱਠ ਧਾਰਨ ਕਰ ਲਿਆ। ਕਰ ਸੰਤੋਖ ਰਹਿ ਹੋ ਘਰ ਮਾਹੀ। ਚਿੱਤ ਦੇ ਅੰਦਰ ਜਦੋਂ ਸੰਤੋਖ ਪੈਦਾ ਹੋ ਗਿਆ ਬਸ ਥੋੜੇ ਜਿਹੇ ਪਦਾਰਥਾਂ ਦੇ ਨਾਲ ਹੀ ਤੇਰੇ ਚਿੱਤ ਦੇ ਅੰਦਰ ਐਸੀ ਤ੍ਰਿਪਤੀ ਪੈਦਾ ਹੋ ਜਾਣੀ ਹੈ। ਆਹੋ ਵਤਸ ਬਨ ਕੁਛ ਸੁਖ ਨਾਹੀ। ਨਾਰਦ ਮੁਨੀ ਜੀ ਕਹਿ ਲੱਗੇ ਪੁੱਤਰ ਦੇਖ ਲੈ ਚੰਗੀ ਤਰ੍ਹਾਂ ਆਪਣੇ ਮਨ ਦੇ ਅੰਦਰ ਛਾਤੀ ਮਾਰ ਕੇ। ਉੱਥੇ ਰੋਈਆਂ ਬੀਆਵਾਨਾਂ 'ਚ ਵੱਡੀਆਂ ਵੱਡੀਆਂ ਤਕਲੀਫਾਂ ਵੱਡੇ ਵੱਡੇ ਦੁੱਖਾਂ ਦੇ ਸਾਹਮਣੇ ਵੀ ਕਰਨੇ ਪੈਣੇ ਨੇ ਨਾ। ਉੱਥੇ ਥੋੜ੍ਹਾ ਵੀ ਤੇਰੇ ਵਾਸਤੇ ਕੋਈ 36 ਪ੍ਰਕਾਰ ਦੇ ਪਦਾਰਥ ਤਿਆਰ ਕਰਕੇ ਰੱਖੇਗਾ ਨਹੀਂ। ਉੱਥੇ ਤਾਂ ਪੱਤੇ ਸੁੱਤੇ ਜਾਂ ਫਿਰ ਫਲ ਵਗੈਰਾ ਖਾ ਕਰਕੇ ਤੈਨੂੰ ਗੁਜ਼ਾਰਾ ਕਰਨਾ ਪਊ। ਦੇ ਲੈ ਵੱਡੀਆਂ ਵੱਡੀਆਂ ਤਕਲੀਫਾਂ ਵੱਡੇ ਵੱਡੇ ਦੁੱਖ ਤੈਨੂੰ ਰੋਈਆਂ ਬੀਆਬਾਨਾਂ 'ਚ ਚੱਲਣੇ ਪੈਣੇ ਹਨ। ਜੇ ਤਵ ਜਨਨ ਕੀਨ ਉਪਦੇਸ਼ਾ। ਵੀ ਜਿਹੜਾ ਉਪਦੇਸ਼ ਤੇਰੀ ਮਾਂ ਨੇ ਤੈਨੂੰ ਪਾਸ ਬਿਠਾ ਕਰ ਕੇ ਕੀਤਾ ਹੈ। ਲੈਨ ਚਾਹੋ ਤੇ ਵੱਡੋ ਅੰਦੇਸ਼ਾ। ਜਿਹੜੀ ਪਦਵੀ ਤੂੰ ਭਾਵੇਂ ਪ੍ਰਾਪਤ ਤਾਂ ਜ਼ਰੂਰ ਕਰਨੀ ਚਾਹੁੰਦਾ ਮਨ ਦੇ ਵਿੱਚ, ਪਰ ਇਹਦੇ ਵਿੱਚ ਬੜੇ ਸੰਸੇ ਬੜੇ ਫਰਮ ਪੈਦਾ ਹੋ ਰਹੇ ਹਨ। ਇਤਨੀ ਵੱਡੀ ਪਦਵੀ ਤੈਨੂੰ ਆ 5 ਸਾਲ ਦੀ ਉਮਰ ਦੇ ਵਿੱਚ ਕਿਵੇਂ ਮਿਲ ਜਾਏਗੀ। ਖੋਜਤ ਜਿਹ ਕੋ ਮੁਨੀ ਜੁਗੇਸ਼ਵਰ। ਜਿਸ ਪ੍ਰਭੂ ਦੀ ਪ੍ਰਾਪਤੀ ਕਰਨ ਦੇ ਲਈ ਤੈ ਕਿਤਨਾ ਹਟ ਮਨ ਦੇ ਵਿੱਚ ਹੋਣਾ ਹੀ 5 ਸਾਲ ਦੀ ਉਮਰ ਦੇ ਵਿੱਚ ਮਨ ਦੇ ਅੰਦਰ ਧਾਰਨ ਕਰ ਲਿਆ। ਦੁਰਾਰਾਧਿਆ ਸੋ ਲਖ ਪਰਮੇਸ਼ਵਰ। ਵੀ ਜਿਸ ਵਾਹਿਗੁਰੂ ਨੂੰ ਰਿਸ਼ੀ ਮੁਨੀ ਉਹ ਆਪਣੀ ਬੰਦਗੀ ਕਰਦਿਆਂ ਨਾ ਸਾਰੀਆਂ ਉਮਰਾਂ ਲੰਘਾ ਦਿੰਦੇ ਨੇ ਵਿਚਾਰੇ। ਪ੍ਰਾਪਤ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ। ਸੁਪਨੇ ਉਭੀ ਭਈ ਗਇਓ ਕੀ ਨਾ ਅੰਚਲਾ ਸੁੰਦਰ ਪੁਰਖ ਵਿਰਾਜਤ ਪੈਖ ਮਨ ਬੰਚਲਾ। ਉਹਨਾਂ ਨੂੰ ਕਦੇ ਸੁਪਨੇ ਦੇ ਵਿੱਚ ਭਗਵਾਨ ਦੇ ਦਰਸ਼ਨਾਂ ਦਾ ਝਲਕਾ ਵੀ ਨਹੀਂ ਪੈਂਦਾ। ਕਿਤਨੀ ਤਪੱਸਿਆ ਕਿਤਨਾ ਉਹ ਆਪਣੇ ਜੀਵਨ ਦੇ ਵਿੱਚ ਐਸਾ ਘੋਰ ਤਪ ਕਰਦੇ ਹਨ। ਤਪ ਤਪ ਹੈ ਤੀਬਰ ਚਿਰ ਕਾਲਾ। ਬੜਾ ਲੰਮਾ ਸਮਾਂ ਰੋਈਆਂ ਬੀਆਬਾਨਾਂ ਵਿੱਚ ਰਹਿੰਦਿਆਂ ਹੋਇਆ ਇਹੋ ਜੀ ਬੜੀ ਕਠਿਨ ਤਪੱਸਿਆ ਰਿਸ਼ੀ ਮੁਨੀ ਸਾਧੂ ਮਹਾਤਮਾਏ ਪਹਿਲਾਂ ਤੋਂ ਹੀ ਕਰਦੇ ਆਏ ਨੇ ਜੰਗਲਾਂ 'ਚ। ਕਰ ਹੈ ਯਤਨ ਅਨੇਕ ਵਿਸਾਲਾ। ਅਨੇਕ ਪ੍ਰਕਾਰ ਦੇ ਬੜੇ ਯਤਨ ਬੜੀਆਂ ਉਹਨਾਂ ਨੇ ਕਠਿਨ ਸਾਧਨਾ ਵੀ ਆਪਣੀ
ਜ਼ਿੰਦਗੀ ਦੇ ਵਿੱਚ ਕੀਤੀਆਂ। ਤਦਪ ਨਾ ਪਾਵ ਹੈ ਫਿਰਹਿ ਖੁਜੰਤੇ। ਉਹ ਖੋਜਦੇ ਤਾਂ ਫਿਰਦੇ ਨੇ ਉਸ ਵਾਹਿਗੁਰੂ ਨੂੰ ਜ਼ਰੂਰ, ਪਰ ਪ੍ਰਾਪਤੀ ਕਿਸੈ ਬਿਰਲੇ ਬਿਰਲੇ ਨੂੰ ਹੀ ਹੋਈ ਹੈ। ਚਰਨ ਕਵਲ ਪ੍ਰਭ ਸ਼੍ਰੀ ਭਗਵੰਤੇ। ਜੈਸ ਭਗਵਾਨ ਦੇ ਚਰਨ ਕਮਲਾਂ ਦੀ ਨਾ ਆਰਾਧਨਾ ਕਰਨ ਦੇ ਲਈ ਤੇਰੇ ਮਨ ਦੇ ਵਿੱਚ ਵੀ ਬੜਾ ਹੱਠ ਪੈਦਾ ਹੋ ਚੁੱਕੇ ਹੈ। ਅਬ ਬੈ ਲਗ ਚੱਲੀਏ ਗ੍ਰਹਿ ਮਾਹੀ। ਆ ਸਮੇਂ ਨਾਰਦ ਮੁਨੀ ਜੀ ਇਹੋ ਜਿਹਾ ਬਚਨ ਕਰਦਿਆਂ ਇਹਨੂੰ ਬਸ ਵਾਪਸ ਮੋੜਨਾ ਚਾਹੁੰਦੇ ਹਨ। ਹੋਏ ਤਰੁਨ ਤਬ ਕਰ ਅਸ ਚਾਹੀ। ਕਹਿਣ ਲੱਗੇ ਅਗਰੇਸੀ ਚਾਹਨਾ ਤੇਰੇ ਹਿਰਦੇ ਦੇ ਵਿੱਚ ਪੈਦਾ ਹੋ ਗਈ, ਤੂੰ ਵੱਡੀ ਉਮਰ ਦੇ ਵਿੱਚ ਹੋ ਕੇ ਫਿਰ ਰੋਈਆਂ ਬਿਆਬਾਨਾਂ 'ਚ ਜਾ ਕਰਕੇ ਬੜੀ ਕਠਨ ਤਪੱਸਿਆ ਕਰ ਸਕਦਾ ਹੈ। ਸੁਨ ਮੁਨਵਰ ਬਾਣੀ ਰਸ ਸਾਨੀ। ਪਰ ਜਦੋਂ ਇਹੋ ਜਿਹੇ ਬੜੇ ਮਿੱਠੇ ਕੋਮਲ ਬਚਨ ਸੁਣੇ, ਗੁਰੂ ਭਗਤ ਜੀ ਨੇ ਆਪਣੇ ਕੰਨਾਂ ਦੇ ਨਾਲ ਬੋਲਿਓ ਧਰੁਵ ਜੋਰ ਜੁਗ ਪਾਨੀ। ਉਸ ਸਮੇਂ ਗੁਰੂ ਭਗਤ ਨੇ ਤਾਂ ਫਿਰ ਦੋਵੇਂ ਹੱਥ ਜੋੜ ਕੇ ਆਪਣੇ ਵੱਲੋਂ ਨਾਰਦ ਮੁਨੀ ਜੀ ਦੇ ਅੱਗੇ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤ ਤੋਂ ਪਾਪ ਵੀ ਜਿਨ੍ਹਾਂ ਨੇ ਆ ਦੁਨੀਆ ਨੂੰ ਬਿਲਕੁਲ ਆਪਣੇ ਮਨ ਦੇ ਵਿੱਚੋਂ ਤਿਆਗ ਦਿੱਤਾ, ਉਹਨੂੰ ਕਹਿੰਦੇ ਨੇ ਤਾਂ ਅਤੀਤ ਹੈ ਜੀ, ਇਹ ਤਿਆਗੀ ਹੈ। ਇਹ ਬਰਾਗਤ ਮਹਾਤਮਾ ਹੈ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇੱਕ ਰਾਤ ਇੱਕ ਰੁੱਖ ਦੇ ਥੱਲੇ ਕੱਟਣੀ, ਦੂਜੀ ਰਾਤ ਨਹੀਂ ਹੋਵੇ ਬਿਰਛਾਂ ਦੇ ਥੱਲੇ ਸੌਂਦੇ ਇਹੋ ਜਿਹੇ ਬਰਾਗਤ ਅਤੀਤ ਜਿਨ੍ਹਾਂ ਨੇ ਤਿੰਨੇ ਗੁਣਾਂ ਦਾ ਤਿਆਗ ਕਰ ਦਿੱਤਾ ਹੈ। ਐਸਾ ਜਿਹੜਾ ਬੈਰਾਗ, ਐਸੀ ਉਦਾਸੀ ਗੁਰੂ ਭਗਤ ਦੇ ਮਨ ਦੇ ਵਿੱਚ ਪੈਦਾ ਹੋ ਗਈ। ਉਧਰੋਂ ਨਾਰਦ ਮੁਨੀ ਜੀ ਬਚਨ ਕਰਕੇ ਇਹਨੂੰ ਵਾਪਸ ਉਸੇ ਤਰ੍ਹਾਂ ਮਾਤਾ ਦੇ ਵੱਲ ਮੋੜਨ ਦੇ ਲਈ ਆਪਣੇ ਉਪਾਅ ਯਤਨ ਕਰ ਰਹੇ ਹਨ। ਆਪ ਕਹਿਤ ਸਾਚੀ ਸਭ ਭਾਂਤੀ। ਉਸ ਸਮੇਂ ਗੁਰੂ ਭਗਤ ਨੇ ਬੜੀ ਨਿਮਰਤਾ ਦੇ ਨਾਲ ਦੋਵੇਂ ਹੱਥ ਜੋੜੇ, ਨਾਰਦ ਜੀ ਦੇ ਅੱਗੇ ਕਹਿਣ ਲੱਗੇ, ਐ ਰਿਸ਼ੀ ਜੀ, ਆਪ ਤਾਂ ਹਮੇਸ਼ਾ ਵਾਸਤੇ ਸਾਡੇ ਵਰਗੇ ਜੀਵਾਂ ਦਾ ਨਾ ਭਲਾ ਕਰਨ ਦੇ ਲਈ ਸੱਚਾ ਵਚਨ ਕਹਿੰਦੇ ਹੋ, ਤਦਪ ਨਾ ਮੋਹ ਮਨ ਵਿਖੈ ਗਡਾਤੀ। ਪਰ ਫਿਰ ਵੀ ਤੁਹਾਡਾ ਜਿਹੜਾ ਕੀਤਾ ਹੋਇਆ ਵਚਨ ਇੱਕ ਵੀ ਮੇਰੇ ਮਨ ਦੇ ਵਿੱਚ ਗੜਦਾ ਨਹੀਂ। ਕੋਈ ਵੀ ਆਪ ਦੇ ਕੀਤੇ ਹੋਏ ਵਚਨਾਂ ਦਾ ਹਿਰਦੇ ਉੱਪਰ ਅਸਰ ਨਹੀਂ ਹੋਇਆ। ਮੈਂ ਕੋ ਪੁਰਖ ਬਹੁਰੋ ਅਗਿਆਤੀ। ਭਾਵੇਂ ਮੈਂ ਬੜਾ ਅਗਿਆਨੀ ਆ, ਮਾੜਾ ਪੁਰਸ਼ਾਂ, ਮੇਰੇ ਅੰਦਰ ਕੋਈ ਐਸਾ ਚੰਗਾ ਗੁਣ ਵੀ ਨਹੀਂ ਪਾਇਆ ਜਾਂਦਾ ਹੈ। ਬਚ ਬਿਮਾਤ ਤੇ ਸੁਲਗਦ ਛਾਤੀ। ਪਰ ਕਹਿ ਲੱਗਿਆ ਵੀ ਜਿਹੜੀਆਂ ਇਹੋ ਜਿਹੀਆਂ ਖੋਟੀਆਂ ਗੱਲਾਂ ਮੇਰੀ ਮਤਰੇ ਮਾਂ ਨੇ ਕਹਿ ਦਿੱਤੀਆਂ, ਉਹਦੇ ਨਾਲ ਤਾਂ ਮੇਰੀ ਆ ਛਾਤੀ ਹੁਣ ਤੱਕ ਉਸੇ ਤਰ੍ਹਾਂ ਦਿਨ ਰਾਤ ਅੱਟੇ ਪੈਰ ਸੁਲਗਦੀ ਰਹਿੰਦੀ ਹੈ। ਦੁਖਤ ਹਿਰਦਾ ਸੁਨ ਗਿਰਾ ਕਠੋਰਾ। ਉਹਦੇ ਬੜੇ ਕਠੋਰ ਫਿੱਕੇ ਵਚਨ ਸੁਣ ਕੇ ਮੇਰਾ ਮਨ ਬਿਲਕੁਲ ਅੰਦਰੋਂ ਉਦਾਸ ਹੋ ਚੁੱਕਿਆ ਹੈ। ਹਟਨੇ ਤ੍ਰਿਟ ਨ ਕਰੇ ਮਨ ਮੋਰਾ। ਨੋ ਸਮੇਂ ਗੁਰੂ ਭਗਤ ਜੀ ਨੇ ਬਸ ਇੱਕੋ ਇੱਕ ਆਪਣਾ ਜਿਹੜਾ ਮਨ ਦਾ ਫੈਸਲਾ ਦੋਵੇਂ ਹੱਥ ਜੋੜਦਿਆਂ ਹੋਇਆਂ ਨਾਰਦ ਮੁਨੀ ਜੀ ਦੇ ਸਾਹਮਣੇ ਪ੍ਰਗਟ ਕਰਦਾ ਵੀ ਜਿਤਨਾ ਮਰਜੀ ਡਰਾ ਲਓ, ਜਿਤਨਾ ਮਰਜੀ ਦੁੱਖ ਮੈਨੂੰ ਸਿਰ ਦੇ ਉੱਪਰ ਚੱਲਣੇ ਪੈ ਜਾਣ, ਕੋਈ ਪਰਵਾਹ ਨਹੀਂ, ਪਰ ਮੈਂ ਕਦੇ ਵੀ ਰਾਜ ਮਹਿਲਾਂ ਦੇ ਵੱਲ ਮੁੜਨਾ ਨਹੀਂ ਚਾਹੁੰਦਾ ਹਾਂ। ਤੁਮ ਪਰ ਹਿਤ ਕੇ ਹੇਤ ਸਦਾਈ। ਗੁਰੂ ਭਗਤ ਜੀ ਕਹਿ ਲਗੇ, ਮਹਾਂਪੁਰਖੋ, ਤੁਹਾਡੇ ਵਰਗੇ ਜਿਹੜੇ ਰੱਬ ਦੇ ਪਿਆਰੇ, ਉਹ ਤਾਂ ਹਮੇਸ਼ਾ ਵਾਸਤੇ ਸਾਰਿਆਂ ਦਾ ਭਲਾ ਹੀ
ਲੋਚਿਆ ਕਰਦੇ ਨੇ ਨਾ ਮਨ ਪਾਣੀ ਜਿੰਮਾ ਸਰੀਰ ਕਰਕੇ। ਸਰਬ ਥਾਨ ਵਿਚਰੋ ਰਿਖ ਜਾਈ। ਤੁਸੀਂ ਜੀਵਾਂ ਦੀ ਕਲਿਆਣ ਦੇ ਲਈ ਹਮੇਸ਼ਾ ਵਾਸਤੇ ਧਰਤੀ ਦੇ ਉੱਪਰ ਚਾਰੇ ਪਾਸੇ ਵਿਚਰਦੇ ਹੀ ਰਹਿੰਦੇ ਹੋ। ਜਿਹੇ ਪਦ ਲੋ ਪਹੁੰਚਿਓ ਨਾ ਪਿਤਾਮਾ। ਤੇਰਾ ਭਗਤ ਜੀ ਨੇ ਆਪਣੇ ਅੰਦਰਲਾ ਦੇ ਹੱਠ ਨਾਰਦ ਮੁਨੀ ਜੀ ਦੇ ਸਾਹਮਣੇ ਪ੍ਰਗਟ ਕਰਤਾ ਵੀ ਜਿਸ ਪਦਵੀ ਜਿਸ ਮਰਾਤਬੇ ਤੱਕ ਤਾਂ ਮੇਰੇ ਦਾਦੇ ਪੜਦਾਦੀ ਉਹ ਵੀ ਪਹੁੰਚ ਨਹੀਂ ਸਕੇ ਹਨ। ਤਾਂ ਪਦ ਕੀ ਇੱਛਾ ਅਬਿਰਾਮਾ। ਕਹਿ ਲੱਗਿਆ ਐਸੀ ਅਵਿਨਾਸ਼ੀ ਜਿਹੜੀ ਪਦਵੀ ਹੈ ਨਾ ਉਹਨੂੰ ਪ੍ਰਾਪਤ ਕਰਨ ਦੇ ਲਈ ਮੇਰੇ ਮਨ ਦੇ ਵਿੱਚ ਐਸੀ ਇੱਛਾ ਪੈਦਾ ਹੋ ਗਈ। ਸੋ ਮਾਰਗ ਮੁਝ ਦੇਹੋ ਬਤਾਈ। ਆ ਸਮੇਂ ਤੇਰਾ ਪਾਜੀ ਕਹਿ ਲਗੇ ਕੋਈ ਮੈਨੂੰ ਇਹੋ ਜਿਹਾ ਉਪਦੇਸ਼ ਬਖਸ਼ੋ ਵਿੱਚ ਜਿਸ ਕਰਕੇ ਮੈਂ ਆਪਣੇ ਮਿਸ਼ਨ ਦੇ ਵਿੱਚ ਸਫਲਤਾ ਪ੍ਰਾਪਤ ਕਰਨਾ। ਤੁਸੀਂ ਤਾਂ ਇਹੋ ਜਿਹੇ ਬਚਨ ਸੁਣਾ ਕਰਕੇ ਮੈਨੂੰ ਬੜਾ ਡਲਾਉਣ ਦਾ ਜਿਹੜਾ ਯਤਨ ਕੀਤਾ ਹੈ। ਰਾਵਰ ਕਿਰਪਾ ਨਿਧਾਨ ਸਦਾਈ। ਵੀ ਆਪ ਦਾ ਸਦਾ ਵਾਤੇ ਕਿਰਪਾ ਦੇ ਦਇਆ ਦੇ ਖਜ਼ਾਨੇ ਸਮੁੰਦਰ ਬਣੇ ਹੋਏ ਹੋ। ਤਰਨ ਤੇਜ ਸਮ ਗਿਆਨ ਅਪਾਰਾ। ਤੁਹਾਨੂੰ ਤਾਂ ਜਿਵੇਂ ਹੁੰਦਾ ਹੈ ਜੇਠ ਦੇ ਮਹੀਨੇ ਦੇ ਦੁਪਹਿਰ ਦਾ ਤਪਦਾ ਹੋਇਆ ਸੂਰਜ ਨਾਲ, ਇਸ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਹੈ। ਬੀਨਾ ਕਰ ਧਾਰੇ ਸੁਖ ਭਾਰਾ। ਦੇਖੋ ਆਪਣੇ ਹੱਥ ਦੇ ਵਿੱਚ ਪਕੜ ਕਰਕੇ ਬੀਨਾ ਉਸ ਪ੍ਰਭੂ ਉਸ ਭਗਵਾਨ ਦੀ ਸਦਾ ਵਾਤੇ ਸਿਫਤ ਸਲਾਘਾ ਕਰਦੇ ਰਹਿੰਦੇ ਹੋ ਆਪਣੀ ਰਸਨਾ ਤੋਂ। ਸੁਨ ਬਚ ਲਖ ਸ਼ਰਧਾ ਜਿਹ ਗਾਡੀ। ਜਦੋਂ ਐਸੇ ਵਚਨ ਸੁਣੇ ਤਰੂ ਭਗਤੋਂ ਨਾਰਦ ਮੁਨੀ ਜੀ ਨੇ ਸਮਝ ਲਿਆ ਵੀ ਇਹਦੇ ਮਨ ਦੇ ਵਿੱਚ ਪੱਕੀ ਸੋੜਾ ਨੇ ਐਸੀ ਸ਼ਰਧਾ ਭਾਵਨਾ ਇਹ ਤਾਂ ਇਹਦੇ ਅੰਦਰ ਇਹੋ ਜਿਹਾ ਦ੍ਰਿੜ ਯਕੀਨ ਵਿਸ਼ਵਾਸ ਪੈਦਾ ਹੋ ਗਿਆ ਨਾ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਹੁੰਦਾ ਕੀ ਹੈ ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹੋ ਜਿਹਾ ਯਕੀਨ ਭਰੋਸਾ ਜਦੋਂ ਨਾਰਦ ਮੁਨੀ ਜੀ ਨੇ ਗੁਰੂ ਭਗਤ ਦੇ ਬਚਨ ਉਸ ਨੂੰ ਸੁਣ ਕੇ ਮਨ ਦੇ ਵਿੱਚ ਅਨੁਮਾਨ ਲਗਾ ਲਿਆ। ਮਨ ਪ੍ਰਸੰਨਤਾ ਅਦ ਕਹਿ ਬਾਡੀ। ਇਹ ਦੇ ਕਰਕੇ ਨਾਰਦ ਮੁਨੀ ਜੀ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਪੈਦਾ ਹੋ ਗਈਆਂ ਗੁਰੂ ਭਗਤ ਦੇ ਉੱਪਰ। ਕਹਿਣ ਲੱਗਿਓ ਮੈਂ ਪਰਖਤ ਨੀਕੇ। ਕਹਿ ਲੱਗਿਆ ਪੁੱਤਰ ਮੈਂ ਤਾਂ ਤੇਰੀ 5 ਸਾਲ ਦੀ ਛੋਟੀ ਜੀ ਉਮਰ ਦੇ ਕਰਕੇ ਨਾ ਇਹਨਾਂ ਬਚਨਾਂ ਦੁਆਰਾ ਪਰਖ ਕਰਦਾ ਸੀ ਵੀ ਦੇ ਦਿਆਂ ਡੋਲਦਾ ਹੈ ਜਾਂ ਫਿਰ ਆਪਣੇ ਮਿਸ਼ਨ ਨੂੰ ਪ੍ਰਾਪਤ ਕਰਨ ਦੇ ਲਈ ਇਹਨੇ ਮਨ ਦੇ ਵਿੱਚ ਐਸਾ ਬੜਾ ਜਿਹੜਾ ਹਟ ਧਾਰਨ ਕੀਤਾ ਹੋਇਆ। ਮੈਂ ਤਾਂ ਇਹਨਾਂ ਬਚਨਾਂ ਦੁਆਰਾ ਤੇਰੀ ਪਰਖ ਕਰਿਆ ਸੀ। ਆਹੋ ਬਾਲ ਤਵ ਸ਼ਰਧਾ ਹੀ ਕੇ। ਨਾਰਦ ਮੁਨੀ ਜੀ ਕਹਿਣ ਲੱਗੇ ਵੀ ਹੁਣ ਮੈਨੂੰ ਲੱਗ ਗਿਆ ਪਤਾ ਤੇਰੇ ਚਿੱਤ ਦੇ ਅੰਦਰ ਇਹੋ ਜਿਹਾ ਦ੍ਰਿੜ ਯਕੀਨ ਭਰੋਸਾ ਜਿਹੜਾ ਸਦਾ ਦੇ ਲਈ ਭਰਿਆ ਹੋਇਆ ਹੈ। ਹਿਤ ਕਲਿਆਣ ਪੰਥ ਲਖ ਸੋਊ। ਤੈ ਦਾ ਜਿਹੜਾ ਕਲਿਆਣ ਜਾਂ ਫਿਰ ਮੁਕਤੀ ਨੂੰ ਦੇਣ ਵਾਲਾ ਇਹੋ ਜਿਹਾ ਮਾਰਗ ਅਗਾ ਤਿਆਰ ਕਰ ਲਿਆ। ਹੁਣ ਜਿਸ ਪ੍ਰਕਾਰ ਤਰੋ ਭਗਤ ਨੇ ਰੋਈਆਂ ਬਿਆਵਾਨਾਂ ਜੰਗਲਾਂ ਦੇ ਵੱਲ ਜਾਣਾ ਉਸ ਪਰਸਾਂ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਹਿਤ ਕਲਿਆਣ ਪੰਥ ਲਖ ਸੋਊ। ਤਵ ਜਨਨੀ ਭਾਖਿਓ ਸ਼ੁਭ ਜੋਊ। ਹਿਤ ਕਲਿਆਣ ਪੰਥ ਲਖ ਸੋਊ।
ਤਬ ਜਨਨੀ ਭਾਖਿਓ ਸ਼ੁਭ ਜੋ ਏ ਜੋ ਤੈ ਪਾਰ ਬ੍ਰਹਮ ਅਬਨਾਸੀ ਅਗਨਾਸ